वो समा आ चुका है कि जो चैंजा से बेनती करा को पास होगा उन्होंने को अपने मोगा को स्विच ऑफ कर लेना ताकि सत्संग के दौरान किसी ना होवे और ਜਿਹੜੀ ਸੰਗਤ ਨੂੰ ਉਸ ਲੇਟ ਆ ਰਹੀ ਹੈ ਉਹਨਾਂ ਦੀ ਬੇਨਤੀ ਹੈ ਕਿ ਕੁਝ ਬੈਠ ਕੇ ਬਾਤਾਂ ਕਰਨ ਉਹਨਾਂ ਦਾ ਮੌਕਾ ਸਾਨੂੰ ਜੋ ਮਿਲਿਆ ਹੈ ਕਿ ਸਤਸੰਗ ਦਾ ਮਾਹੌਲ ਹੈ ਇੱਥੇ ਮਹਾਰਾਜ ਜੀ ਸੰਗਤ ਦੇ ਸਤਸੰਗ ਦਾ ਪ੍ਰਬੰਧ ਕਰ ਰਹੇ ਨੇ ਰਾਧਾ ਸੁਣੀ ਜਾਂਦੀ ਹੈ ਰਾਧਾ ਸੁਣੀ बाणी स्वामी जी महाराज शब्द तीसरा। धोखा मत खाना जग आए प्यारे, धोखा मत खाना जग धोखा मत खाना जग आए प्यारे, धोखा मत खाना जग आए। ये बाणी स्वामी जी महाराज दी है। जो कुछ साढ़े नाल वर्तमान हुंदा है सो संत बाणी च लिखते है। असी हर गल का धोखा खा रहे हैं। ये मन सानू धोखा दे रहा। मन की गल असी बड़ी छेती मनते हैं और सतगुर दी नहीं मनते। मन एक सकेंडा विच सानू बदल लैंदा है। सतगुर सारी जिंदगी ला देवे भावें जितना मर्जी ये नाल परोपकार करे वो सारा भुल जाता है। गुरु साहब जी बड़े प्यार दे नाल फरमा रहे है, प्यारे देखी किते धोखा न लग जाए। हजूर महाराज बाबा सोहण सिंह जी कई बार सत्संग 47 दे पहला सत्संग दे विच फरमाउंदे हुंदे सी, जे पशु मरिया किसी का तो छड्डो गुरु नूं, जे किसी का बिजनेस डाउन हो गया तो छड्डो गुरु नूं, जे फसल मारिया गया तो छड्डो गुरु नूं, जे कोई बंदा नुस्कानिया गया तो छड्डो गुरु नूं। इन्हां कम्मां दे विच गुरु का कोई मतलब नहीं है। असीं इन्हां कम्मां दे विच मुरशद नूं रखिया। ये चीज़ां साढ़े कर्मानुसार वध घट होंदियां रहनियां ने। अगर असी इन्हां चीज़ां दे पिछे लगांगे तो असी मुरशद दा प्यार जिहड़ा हो नहीं लै सकते, ना ही सानू कुछ भी मिल सकता है। मन सानू धोखा दे देगा कि बिछड़ जावांगे, बिछड़ के 84 च जावांगे। हजूर कई बार फरमाउंदे हुंदे जिहड़ी कूंज बिछड़ जाती अपने अड़ार चों वो कली कुरलांदी रहिंदी है। जिंदगी की उसनूं चिंता ही पई रहिंदी है। इसी तरह साड़ी भी हालत हो जाती है कि असी भी जब धोखा खा जावांगे मन का तो सारी जिंदगी की बीमारी बन जाती है। वो गल साढ़े अंदरों निकल नहीं सकती। जदों रांझे नूं नाम दिता है, बाले नाथ ने नाम दिता ते समझाया, जदों रहतां दसियां तो रांझा कहंदा कि ये गल्लां तो नहीं मेरे को पूरियां होणियां, तू अपना नाम ले लै। उन्हें कहा नाम तो नहीं हुण वापस हो सकता, नाम तो तेरे रूम च अजर गया है। ये तेजाब जिहड़ा हुंदा है, तेजाब तुसीं तली ते रखो दूजे पासे निकल जाता है, ये वापस नहीं लैता जाता। रांझे ने कहा कि लोकी देन गालां असी चुप करिए, एडे सबर दे पैर किसे धोमने ने।
ਕਹਿੰਦੇ ਲੋਕੀ ਗਾਲਾਂ ਦੇਣਗੇ ਤੇ ਅਸੀਂ ਚੁੱਪ ਕਰਾਂਗੇ। ਇੰਨਾ ਸਬਰ ਸਾਡੇ ਪਾਸੋਂ ਨਹੀਂ ਹੋਣਾ। ਤੂੰ ਆਪਣਾ ਨਾਮ ਲੈ ਲੈ। ਉਹਨਾਂ ਕਿਹਾ ਹੁਣ ਨਾਮ ਨਹੀਂ ਲੈਤਾ ਜਾਂਦਾ, ਨਾਮ ਨਹੀਂ ਵਾਪਸ ਹੁੰਦਾ, ਇਹ ਤੈਨੂੰ ਕਰਨਾ ਹੀ ਪਏਗਾ। ਇਸ ਵਾਸਤੇ ਭਾਵੇਂ ਅਸੀਂ ਛੱਡ ਦਈਏ, ਰੱਖ ਲਈਏ, ਮੁਰਸ਼ਿਦ ਦਾ ਲੜ ਛੱਡ ਦਈਏ, ਸਾਧ ਸੰਗਤ ਨੂੰ ਛੱਡ ਦਈਏ, ਮਗਰ ਉਹ ਜਿਹੜੀ ਚੀਜ਼ ਵਿੱਚ ਅਤਰ ਗਈ ਆ ਉਹ ਨਹੀਂ ਨਿਕਲ ਸਕਦੀ। ਉਹ ਇੱਕ ਚਿੰਤਾ ਦਾ ਖਜ਼ਾਨਾ ਬਣ ਜਾਂਦਾ ਬੰਦੇ ਨੂੰ। ਮਨ ਧੋਖਾ ਦੇ ਦਿੰਦਾ। ਬੜਿਆਂ ਨੂੰ ਧੋਖਾ ਮਨ ਨੇ ਦੇ ਦਿੱਤਾ। ਪਰਾਸਰ ਰਿਸ਼ੀ ਜੀ ਯੋਗ ਅਭਿਆਸ ਕਰਕੇ ਆਪਣੇ ਘਰ ਨੂੰ ਜਾ ਰਹੇ ਸੀ। ਦਰਿਆ ਨੂੰ ਲੰਘਦੇ ਹੀ ਧੋਖਾ ਲੱਗ ਗਿਆ, ਮਨ ਨੇ ਧੋਖਾ ਦੇ ਦਿੱਤਾ, ਮਾਰਿਆ ਗਿਆ। ਯੋਗ ਅਭਿਆਸ ਜਿਹੜਾ ਖਤਮ ਹੋ ਗਿਆ। ਦਰਵਾਸ਼ਾ ਜੀ ਜਿਸ ਦਾ ਆਦਰ ਮਾਣ ਕ੍ਰਿਸ਼ਨ ਭਗਵਾਨ ਵੀ ਮਹਾਰਾਜ ਕਰਦੇ ਹੁੰਦੇ ਸਨ, ਪਰਸ਼ਰਾ ਨੇ ਆ ਕੇ ਸਵਰਗਾਂ 'ਚੋਂ ਲੁੱਟ ਲਿਆ। ਧੋਖਾ ਦੇ ਗਿਆ ਮਨ ਦਾ ਧੋਖਾ ਦਿੱਤਾ ਹੋਇਆ ਜਿਹੜਾ, ਇਹ ਕਦੀ ਵੀ ਪੂਰਾ ਨਹੀਂ ਹੋ ਸਕਦਾ। 88,000 ਵਰਸ ਰਿਸ਼ੀ ਨੇ ਤਪੱਸਿਆ ਕੀਤੀ, ਮਨ ਨੇ ਧੋਖਾ ਦਿੱਤਾ, 1 ਮਿੰਟਾਂ 'ਚ ਖਤਮ ਹੋ ਗਿਆ। ਕਦ 88,000 ਵਰਸ ਮੁੜ ਕੇ ਤਪੱਸਿਆ ਕਰੇਗਾ ਔਰ ਆਪਣੀ ਜਗ੍ਹਾ 'ਤੇ ਖੜਾ ਹੋਏਗਾ। ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾ ਰਹੇ ਹੈ ਕਿ ਸਾਨੂੰ ਹਰ ਚੀਜ਼ ਧੋਖਾ ਦੇ ਰਹੀ ਹੈ। ਸਾਡਾ ਸਰੀਰ ਸਾਨੂੰ ਧੋਖਾ ਦੇ ਰਿਹਾ, ਸਾਡੀ ਅਕਲ ਸ਼ਕਲ ਸਾਨੂੰ ਧੋਖਾ ਦੇ ਰਹੀ ਹੈ। ਸੂਰਦਾਸ ਅੰਨਾ ਨਹੀਂ ਸੀ ਹੈਗਾ। ਸੂਰਦਾਸ ਅੰਨਾ ਨਹੀਂ ਸੀ, ਅੰਨਾ ਹੋਇਆ ਸੀ ਕਿਉਂਕਿ ਅੱਖਾਂ ਨੂੰ ਸਮਝਾਇਆ, ਅੱਖਾਂ ਆਖੇ ਨਹੀਂ ਲੱਗੀਆਂ। ਬੜਾ ਸਮਝਾਇਆ ਉਸਨੇ, ਬਹੁਤ ਕੋਸ਼ਿਸ਼ ਕੀਤੀ ਸਮਝਾਉਣ ਦੀ, ਇਹ ਅੱਖਾਂ ਆਖੇ ਨਹੀਂ ਲੱਗੀਆਂ। ਫਿਰ ਸਲਾਈਆਂ ਪਖਾ ਕੇ ਲੋਹੇ ਦੀਆਂ ਅੱਖਾਂ ਦੇ ਵਿੱਚ ਫੇਰ ਦਿੱਤੀਆਂ ਕਿ ਜੇ ਤੁਸੀਂ ਨਹੀਂ ਸਮਝਦੀਆਂ ਤਾਂ ਜ਼ਿੰਦਗੀ ਭਰ ਤੁਸੀਂ ਇਸ ਤਰ੍ਹਾਂ ਰਹੋਗੀਆਂ, ਇਹ ਸਜ਼ਾ ਤੁਹਾਨੂੰ ਰਹੇਗੀ। ਸੂਰਦਾਸ ਕੋਈ ਅੰਨਾ ਨਹੀਂ ਸੀ, ਉਹ ਬਹੁਤ ਅੱਛਾ ਹੀ, ਬੜੇ ਕਵਿਤਾ ਲਿਖਦਾ ਸੀ, ਬਾਣੀ ਲਿਖਦਾ ਸੀ, ਰਾਗ ਬਹੁਤ ਅੱਛੀ ਸੀ। ਲੇਕਿਨ ਜਦੋਂ ਅੱਖਾਂ ਨੇ ਧੋਖਾ ਦਿੱਤਾ, ਅੱਖਾਂ ਨੂੰ ਸਮਝਾਇਆ, ਨਹੀਂ ਸਮਝਿਆ ਉਹਨੇ, ਫਿਰ ਆਖਰ ਉਹਨਾਂ ਨੂੰ ਸਜ਼ਾ ਦੇ ਦਿੱਤੀ। ਸਾਨੂੰ ਹਰ ਬੰਦੇ ਨੂੰ ਹਰ ਚੀਜ਼, ਸਾਡੇ ਸਰੀਰ ਜਿਹੜਾ, ਇਹ ਸਾਡੀਆਂ ਅੱਖਾਂ ਸਾਨੂੰ ਧੋਖਾ ਦੇ ਰਹੀਆਂ, ਸਾਡਾ ਬੋਲ ਚਾਲ ਸਾਨੂੰ, ਕੰਨ ਸਾਨੂੰ ਧੋਖਾ ਦੇ ਰਹੇ। ਸੁਣੀ ਸੁਣਾਈ ਗੱਲ ਤੋਂ ਅਸੀਂ ਲੜਾਈ ਝਗੜਾ ਕਰਕੇ ਤੋਂ ਜੇਲ੍ਹਾਂ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਹਾਂ, ਅਦਾਲਤਾਂ 'ਚ ਭੁਗਤਦੇ ਹਾਂ। ਹਰ ਚੀਜ਼ ਸਾਨੂੰ ਧੋਖਾ ਦੇ ਰਹੀ ਹੈ। ਇਸ ਵਾਸਤੇ ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ ਕਿ ਜੋ ਤੈਨੂੰ ਸਤਿਗੁਰ ਕਹਿੰਦਾ ਸੋ ਕਰ। ਤੂੰ ਇਸ ਮਨ ਦੀ ਗੱਲ ਮੰਨੀ ਨਾ। ਜਿਸ ਦਿਨ ਵੀ ਤੂੰ ਮਨ ਦੀ ਗੱਲ ਮੰਨੀ, ਉਸ ਦਿਨ ਸਮਝ ਲੈ ਤੂੰ ਧੋਖਾ ਲੱਗ ਗਿਆ ਤੈਨੂੰ। ਗੁਰ ਕਹੇ ਕਰੋ ਤੁਮ ਸੋਈ, ਮਨ ਕੇ ਚਲੋ ਮਤ ਕੋਈ। ਜਿਸ ਦਿਨ ਵੀ ਤੂੰ ਮਨ ਦੀ ਗੱਲ ਮੰਨੀ, ਉਸ ਦਿਨ ਸਮਝ ਲਈ ਕਿ ਤੇਰਾ ਕੀਤਾ ਕਰਾਇਆ ਸਭ ਮਿੱਟੀ 'ਚ ਮਿਲ ਗਿਆ। ਔਰ ਤੇਰੇ ਅੰਦਰ ਉਹ ਤਾਕਤ ਆ ਰਹੀ ਹੈ। ਉੱਥੇ ਮਹਿਫਲਾਂ ਦਾ ਕੰਮ ਨਹੀਂ, ਪਾਰਟੀਆਂ ਦਾ ਕੰਮ ਨਹੀਂ, ਉੱਥੇ ਇਕੱਲਿਆਂ ਬੈਠ ਕੇ ਤੈਨੂੰ ਉਹਦੇ ਨਾਲ ਆਪਣੀ ਬਿਰਤੀ ਨੂੰ ਜੋੜਨਾ ਪੈਣਾ। ਤੂੰ ਬੈਠ ਅਕੇਲਾ ਧਿਆਨ ਧਰ ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ ਕਿ ਤੂੰ ਇਕੱਲਾ ਬੈਠ ਔਰ ਇਕੱਲਾ ਬੈਠ ਕੇ ਅੰਦਰ ਧਿਆਨ ਧਰ। ਤੇਰੇ ਅੰਦਰ ਸ਼ਬਦ ਆ ਰਿਹਾ ਹੈ, 24 ਘੰਟੇ ਆ ਰਿਹਾ। ਇਹ ਮਹਿਫਲਾਂ ਦਾ ਕੋਈ ਕੰਮ ਨਹੀਂ, ਪਾਰਟੀਆਂ ਦਾ ਕੋਈ ਕੰਮ ਨਹੀਂ, ਤੈਨੂੰ ਇਕੱਲਿਆਂ ਹੀ ਬੈਠਣਾ ਪਏਗਾ। ਇਕੱਲਿਆਂ ਬੈਠਣਾ ਬਹੁਤ ਔਖਾ ਹੈ। ਕਈ ਵਾਰ ਅਸੀਂ ਵਿਚਾਰ ਕੀਤੀ ਹੈ ਕਿ ਬਾਬਾ ਜੀ ਨੇ ਇੱਕ ਛੋਟੀ ਜਿਹੀ ਜਗ੍ਹਾ ਦੇ ਵਿੱਚ 5-6 ਫੁੱਟ ਗੁਫਾ ਦੇ ਵਿੱਚ ਇਕੱਲਿਆਂ ਬੈਠ ਕੇ ਤਪੱਸਿਆ ਕੀਤੀ 40 ਸਾਲ, ਕਿਸੇ ਦੀ ਗੱਲ ਨਹੀਂ ਮੰਨੀ, ਮਨ ਦੇ ਕਹਿਣੇ 'ਤੇ ਨਹੀਂ ਚਲੇ। ਜੋ ਮੁਰਸ਼ਿਦ ਨੇ ਕਿਹਾ ਸੋ ਕੀਤਾ। 40 ਸਾਲ ਤਪੱਸਿਆ ਕੀਤੀ, ਮਨ ਦੀ ਨਹੀਂ ਮੰਨੀ।
एक छोटी जी जगह की इन्नी जगह फैल गई है, इतना उसका वाधा हो गया, कोई पता ही नहीं लगता भी कि कितनी वो फैल गई है, कित्थों तक चला गई है। इस वास्ते स्वामी जी महाराज जो कुछ बाणी च फरमा रहे हैं, क्योंकि संत जो साढ़े ते वर्तमान होंदा है वो संत सानू बाणी राਹੀਂ दसदे है कि देखियो किते धोखा ना खा जाओ। जदों तुसी धोखा खा गए समझ लो उस वक्त गए, जदों मन की गल मन लई उस वक्त तुसी गए। उस वक्त कोई तुहाडे पास चाहे तुसी जग मोशे कीते है, चाहे तीर्थ कीते है, चाहे कोई तपस्या कीती है, बिल्कुल खत्म हो जानी सारी। इस वास्ते संत सानू बड़े तरीके नाल समझाउंदे है, ऐ प्यारे तू जगत आया है, देखी किते धोखा ना खा जाए। जिन्हां लोगों ने धोखा खा लिया, चाहे कोई ऋषि होया, चाहे कोई साधु है, चाहे कोई मुनि है, चाहे तपस्वी है, उन्हां दी इतिहास जिहड़े चल रहे है। राजे इंद्र नूं धोखा लगा, इंद्रापुरी दा राज करदा होई उसनूं मात लोक दे विच आउणा पिया और गौतम ऋषि दे कर कुकर कर्म कीता, सारी जिंदगी नूं रोग ला लिया। इस वास्ते स्वामी जी महाराज बाणी च फरमा रहे है कि है प्यारे देखी किते धोखा ना खा जी। जगत ते आउणा बारों बार नहीं, जगत ते आउणा साडा बहुत मुश्किल है। असी 84 का चक्कर भुगत के इस संसार ते आए हैं और मनुष्य जन्म दे विच ये मनुष्य जन्म सारिया जन्मां दा अवसर है और एक मुक्ति का दरवाजा है। चाहे असी अंदर चला जाइए, चाहे असी बाहर चला जाइए, इस तो बाद होर कोई भी सानू समा नहीं मिलना। ये समा सानू बहुत ही वधिया समा मिलिया है, अच्छा समा मिलिया है, एक हीरा जन्म मिलिया जिसकी कोई कीमत नहीं, कोई कीमत नहीं। एक एक श्वास साढ़े दी कोई कीमत नहीं जो परमात्मा सानू दे रहा है। कबीर साहब जी महाराज जदों दुनिया में आए, देखिया कि दुनिया की कर रही है, की मांग रही है। ये जिहड़े परमात्मा ने सानू श्वास दिते है, कितनी कीमत है। असी इन्हां नूं किस तरह मिट्टी च रोल रहे हैं, इन्हां पासों असी कोई फायदा नहीं लै रहे। कबीर साहब जी महाराज फरमाउंदे आ, कहता हूँ क्या कहूँ क्या बजाऊँ ढोल, श्वासा खाली जात है 3 लोक का मूल। ओ भाई मैं कह रहा की कमा मैं ढोल बजावां, एक श्वास तुहाडा मालिक की बंदगी तो जड़ा जा रहा है, तरलोकी भी दी जाए तो वापस नहीं मिल सकता। जे वापस मिलना तो राजे महाराजे लै सकते हैं, बड़े बड़े अरबापति शाहूकार जिहड़े वो खरीद सकते हैं। एक श्वास की कीमत तरलोकी भी गुरु साहब जी कबीर साहब जी फरमाउंदे है, अगर दी जाए तो श्वास नहीं मिल सकता। 24,500 श्वास दिन रात दे सानू मिल रहे हैं। असी कदी सोचिया नहीं कि साढ़े हीरे मोती किधर जा रहे हैं, किस तरह जा रहे हैं, कित्थे असी सुट रहे हैं, कित्थे असी मिट्टी च रोल रहे हैं, किस काम च असी ला रहे हैं। महाराज तीसरी पातशाही गुरु अमरदास जी ने फरमाया बाणी दे विच, तंदा तावत दिन गया रात गवाई सोए। साड़ी हालत संत दस देंदे है कि भाई की कर रहे हैं तू, दुनिया के धंधे च दिन गुजार दिता और रात तू सौ के गुजार दी। तू इंसान है, कुत्ते बिल्ले भी सौ गए, पशु भी सौ गए, परिंदे भी सौ गए, कीड़े मकोड़े भी रात के वेले सौ गए, तू भी नाल सौ गया। की फर्क रहा उन्होंने ते तेरा की फर्क रहा। भावें एक बुढ़ा बंदा सौ जाए, पहलवान भी कोल सै जाए तो पहरा चोर तो लुट के लै गए, भावें पहलवान होया सौ तो गया। की फर्क रहा साडा। असी पशुओं के नाल भी, कुत्ते बिल्ले भी सौ गए, परिंदे भी सौ गए, कीड़े मकोड़े भी सौ गए। उन्हों की हस्ती की है, साड़ी की है,
ਅਸੀਂ ਕਦੀ ਨਹੀਂ ਸੋਚਿਆ ਕਿ ਅਸੀਂ ਕੌਣ ਹੈਗੇ ਹਾਂ। ਕਿਤਨਾ ਹੀ ਪਰਮਾਤਮਾ ਨੇ ਸਾਨੂੰ ਸੋਚ ਸਮਝ ਦਿੱਤੀ ਹੈ ਤੇ ਕੀ ਕੁਛ ਅਸੀਂ ਕਰ ਸਕਦੇ ਹਾਂ ਤੇ ਕੀ ਕਰ ਰਹੇ ਹਾਂ, ਇਹਦੇ ਬਾਰੇ ਅਸੀਂ ਕਦੀ ਸੋਚਿਆ ਨਹੀਂ। ਇਹ ਫਕੀਰ ਹੀ ਆ ਕੇ ਇੱਥੇ ਸੋਚਦੇ ਹੈ, ਜਿਹੜੇ ਸਾਨੂੰ ਇੱਕ ਇੱਕ ਸਵਾਸ ਬਾਰੇ ਵੀ ਦੱਸਦੇ ਆ ਕਿ ਖਾਲੀ ਨਹੀਂ ਜਾਣਾ ਚਾਹੀਦਾ, ਸਾਸ ਗੁਰਾਸ ਨਾ ਵਿਸਰੇ, ਖਾਂਦਿਆਂ ਪੀਂਦਿਆਂ ਵੀ ਨਾ ਵਿਸਰੇ, ਸੌਂਦਿਆਂ ਵੀ ਨਾ ਵਿਸਰੇ, ਚਲਦਿਆਂ ਫਿਰਦਿਆਂ ਵੀ ਨਾ ਤੂੰ ਉਸ ਨੂੰ ਵਿਸਾਰ। ਤੂੰ ਹਰ ਵਕਤ ਹੀ ਉਹਨੂੰ ਯਾਦ ਰੱਖ, ਜੋ ਤੈਨੂੰ ਮੁਰਸ਼ਿਦ ਨੇ ਸਿਮਰਨ ਦਿੱਤਾ ਉਹ ਕਰੀ ਜਾ। ਕਦੀ ਵੀ ਨਾ ਥੱਕ ਨਾ ਹੋਟਣਾ, ਕਦੀ ਆਲਸ ਨਾ ਕਰ। ਤੇਰਾ ਇੱਕ ਇੱਕ ਸਾਹ ਜਿਹੜਾ ਹੈ ਲੇਖੇ ਵਿੱਚ ਲੱਗੇਗਾ। ਇਹਦੇ ਬਾਰੇ ਅਸੀਂ ਸੋਚਣਾ ਹੈ ਕਿ ਕਿਤਨੇ ਸਾਡੀ ਕੀਮਤੀ ਸਵਾਸ ਨੇ। ਜਿਸ ਤਰ੍ਹਾਂ ਆਮ ਦੁਨੀਆ ਦੀ ਪਾਰਟੀਆਂ ਜਿਹੜੀਆਂ ਉਹ ਕਹਿੰਦੀਆਂ ਨੇ ਇੱਕ ਵੋਟ ਜਿਹੜੀ ਹੈ, ਇੱਕ ਵੋਟ ਲੱਖਾਂ ਦੇ ਸਮਾਨ ਹੁੰਦੀ ਹੈ। ਇੱਕ ਵੋਟ ਕਿਸੇ ਦਾ ਵੱਧ ਜਾਏ ਤੇ ਭਾਵੇਂ ਉਧਰ ਲੱਖਾਂ ਹੋਣ, ਲੱਖ ਤੋਂ ਇੱਕ ਵੋਟ ਵੱਧ ਗਿਆ ਉਹ ਬੰਦਾ ਕਾਮਯਾਬ ਹੋ ਜਾਂਦਾ। कितनी कीमत है एक वोट की, और कितनी श्वासां की कीमत है। गुरु साहब जी बाणी च फरमाउंदे, कौन बड़ा माया बड़ियाई, कहंदे नहीं सो बड़ा जिस हर ले बुलाई। जिसने परमात्मा की भगती की है, जिसने ईश्वर की भगती की है, नेक पाक काम किए है, वो बड़ा है, चाहे कोई स्त्री चाहे पुरुष, चाहे गरीब ते चाहे अमीर है। कई बार अगे भी दसिया है, साखी सुनाई है कि ऋषियां मुनिया ने जदों भगवान नूं कहा कि महाराज साढ़े आश्रम में दर्शन दिओ, मंजूर कर लिया, टाइम कर लिया, पर उसे जंगल दे विच एक भीलनी भी सी जिहड़ी बहुत गरीब सी, लेकिन प्यार उहदा सच्चा सी, बंदगी करदी सी, कखां दी झोंपड़ी सी। उसने भी सोचा कि बड़े बड़े अमीर ने ऋषि मुनि, शायद मेरी झोंपड़ी च भगवान नूं आउण देण या नहीं, पर जे आ भी जाणगे तो मैं भोग काहदा लगावांगी, मेरे पास तो कुछ नहीं हैगा। प्यार प्यार ही हुंदा है। जंगल भी चला गई, चख चख के बेर तोड़े मिठे, कि कोई कौड़ा बेर न चला जाए भगवान नूं। जदों वो समा आया, भगवान जी जदों आए आश्रम विच ऋषियां मुनियां दे, पुछया कि मकान किहदा है? जी मेरा है। दूसरे नूं पुछया जी मेरा है, तीसरे नूं पुछया जी मेरा है। इस तरह मेरा मेरा करते चला गए। पुछया इत्थे कोई होर भी साधु है? कहने लगे जी एक भीलनी है, बड़ी दूर जी दसिया उहदा कुठिया। भगवान जी उत्थे चला गए। पुछया कि झोंपड़ी किस दी है? देखो जिहड़ा प्यार हुंदा है वो सिखाया नहीं सिखदा बंदा, वो पहला ही सिक्ख्या हुंदा है। पहला उहदे अंदर ही होवे ते बाहर आउंदा है। जो अंदर सो बाहर, जिहड़ी चीज़ अंदर हुंदी है वो बाहर आउंदी है बंदे दे। भीलनी ने कहा महाराज, उठ के खड़ी हो गई, हाथ बन ले, पाला पा लिया गल विच, बड़ी निवरता दे नाल, बड़े प्यार दे नाल कहा महाराज मैं भी आप दी हाँ, ये झोंपड़ी भी आप दी है, मेरा इत्थे कुछ नहीं है। उत्ते भगवान जी बैठ गए और जूठे बेर भीलनी दे खाधे। सारे ऋषि मुनि जितने भी सी सारे परेशान होए कि की बनया। साढ़े आलीशान मकान, अच्छे अच्छे असी खाने बनाए, भगवान जी साढ़े मकाना च बैठे नहीं, साढ़े खाने नहीं खाधे। परेशान जे हो गए। भगवान ने उन्होंने बुलाया, आओ भाई बैठो। मैं सब तो पहला तुहानू पुछया, तुसी किसी ने मैनू नहीं कहा कि तुहाडा मकान है,
ਤੁਸੀਂ ਆਪਣੇ ਆਪਣੇ ਮਕਾਨ ਦੱਸਿਆ, ਕਿਸੇ ਦੇ ਮਕਾਨ 'ਚ ਕਿੱਦਾਂ ਕੋਈ ਬੈਠ ਸਕਦਾ ਹੈ? ਇਸ ਵਿਚਾਰੀ ਗਰੀਬਣੀ ਨੇ, ਕੱਖਾਂ ਦੀ ਝੌਂਪੜੀ ਹੈ ਚਾਹੇ, ਇਸ ਨੇ ਸਾਨੂੰ ਕਿਹਾ ਹੈ ਕਿ ਇਹ ਤੁਹਾਡੀ ਹੈ ਅਤੇ ਮੈਂ ਵੀ ਤੁਹਾਡੀ ਹਾਂ, ਮੇਰਾ ਇੱਥੇ ਕੁਛ ਨਹੀਂ ਹੈ। ਇਹ ਮੈਂ ਮੇਰੀ ਜਿਹੜੀ ਹੈ, ਇਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਵੀ ਫਰਮਾਇਆ ਕਿ ਮੈਂ ਮੇਰੀ ਨੂੰ ਛੱਡ ਕੇ ਬੰਦਗੀ ਕਰ। ਜਿਤਨੇ ਚਿਰ ਮੈਂ ਮੇਰੀ ਨਹੀਂ ਅਸੀਂ ਛੱਡਦੇ, ਬੰਦਗੀ ਹੋ ਨਹੀਂ ਸਕਦੀ। ਇਸ ਨੇ ਸਾਨੂੰ ਭਾਈ ਇਹ ਝੌਂਪੜੀ ਸੌਂਪੀ ਹੈ, ਤੁਸੀਂ ਨਹੀਂ ਕਿਹਾ ਵੀ ਜੋ ਇਹਦੇ ਪਾਸ ਹੈ ਸੀ ਉਹਦਾ ਅਸੀਂ ਭੋਗ ਲਗਾਇਆ ਹੈ, ਹੁਣ ਤੁਹਾਡਾ ਕੀ ਇਤਰਾਜ਼ ਹੈ? ਉੱਥੇ ਉਹਨਾਂ ਕਿਹਾ ਕਿ ਜਿਨ ਪ੍ਰੇਮ ਕੀਆ ਤਿਨ ਪ੍ਰਭ ਪਾਇਆ। ਇਹ ਪਿਆਰ ਦਾ ਸੌਦਾ ਹੈ, ਇਹ ਬੜੇ ਛੋਟੇ ਦਾ ਮਤਲਬ ਨਹੀਂ, ਕੋਈ ਅਕਲ ਦਾ ਕੰਮ ਨਹੀਂ, ਪੈਸਿਆਂ ਦਾ ਕੰਮ ਨਹੀਂ, ਸਮਝਦਾਰੀ ਦਾ ਕੰਮ ਨਹੀਂ, ਇੱਥੇ ਪਿਆਰ ਦਾ ਸੌਦਾ ਹੈ। ਕੋਈ ਵੀ ਉਸ ਮਾਲਕ ਨਾਲ ਪਿਆਰ ਕਰ ਸਕਦਾ ਹੈ ਔਰ ਉਸ ਮਾਲਕ ਨੂੰ ਪਾ ਸਕਦਾ ਹੈ। ਇਸ ਵਾਸਤੇ ਸਾਨੂੰ ਚਾਹੀਦਾ ਕਿ ਮਨ ਦੇ ਧੋਖੇ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਮਨ ਦਾ ਕੰਮ ਹੈ ਕਿ ਹਰ ਵਕਤ ਹੀ ਇਹ ਧੋਖਾ ਦੇਣ ਵਾਸਤੇ ਤਿਆਰ ਹੈ। ਇਹ ਜਿਉਂ-ਜਿਉਂ ਬੰਦਾ ਅੱਛੇ ਕੰਮ ਕਰੇਗਾ ਜ਼ਿਆਦਾ ਮਗਰ ਚੜ੍ਹੇਗਾ ਵੀ ਅੱਛੇ ਕਿਉਂ ਕਰਦਾ ਹੈਗਾ, ਇਸ ਨੂੰ ਆਪਣੇ ਕੰਟਰੋਲ 'ਚ ਮੈਂ ਲਿਆਵਾਂ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਜਿਹੜੇ ਵਕੀਲਾਂ ਦੇ ਏਜੰਟ ਹੁੰਦੇ ਆ, ਵਕੀਲ ਭਾਵੇਂ ਕਿਤੇ ਗਿਆ ਹੋਵੇ ਅਤੇ ਗਾਹਕ ਜੇ ਲਿਆਉਂਦਾ ਤਾਂ ਕਹਿੰਦਾ ਨਹੀਂ ਵਕੀਲ ਤਾਂ ਇੱਥੇ ਹੋਣੇ ਸੀ, ਤੂੰ ਦੱਸ ਕੀ ਕੰਮ ਕਰਾਉਣਾ ਹੈ। ਕਾਗਜ਼ ਵੀ ਖਰੀਦ ਲੈਂਦਾ, ਪੈਸੇ ਵੀ ਉਹਦੇ ਲਵਾ ਲਏ, ਪੈਸੇ ਲਵਾ ਲਓ ਕੇ ਕਹਿੰਦਾ ਉਹ ਵਕੀਲ ਸਾਹਿਬ ਕਹਿੰਦੇ ਮੈਂ ਫਲਾਣੀ ਸ਼ਹਿਰ ਜਾਣਾ ਹੈ, ਕੱਲ੍ਹ ਆਉਣਾ ਹੈ, ਪਰਸੋਂ ਆਉਣਾ ਹੈ, ਚੱਲ ਤੂੰ ਪਰਸੋਂ ਆ ਜਾਏ। ਏਜੰਟ ਫਸਾ ਲਿਆ, ਗਾਹਕ ਨੂੰ ਫਸਾ ਲੈਂਦਾ ਹੈ। ਇਸੇ ਤਰ੍ਹਾਂ ਮਨ ਜਿਹੜਾ ਇਹ ਜੀਵ ਨੂੰ ਫਸਾ ਲੈਂਦਾ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਫਸਾ ਲੈਂਦਾ। ਇਹਦਾ ਇੱਕ ਮੂੰਹ ਨਹੀਂ, ਇਹਦੀ ਇੱਕ ਅੱਖ ਨਹੀਂ, ਇਹਦੇ ਕਈ ਰੂਪ ਨੇ, ਕਈਆਂ ਰੂਪਾਂ ਦੇ ਵਿੱਚ ਸਾਨੂੰ ਇਹ ਠੱਗ ਲੈਂਦਾ ਹੈ। ਇਹਦੇ ਪਾਸੋਂ ਸੈਂਤੀ ਹੀ ਬਚਦੇ ਹੈ। ਉਹ ਕਿਉਂ ਬਚਦੇ ਹੈ? ਉਹ ਸਿਰਫ ਸਤਿਗੁਰ ਦਾ ਆਸਰਾ ਅਤੇ ਸਤਿਗੁਰ ਦਾ ਧਿਆਨ ਰੱਖ ਕੇ ਬਚਦੇ ਹੈ, ਨਹੀਂ ਤਾਂ ਬਚ ਨਹੀਂ ਸਕਦਾ ਕੋਈ। ਜਦੋਂ ਅਸੀਂ ਇਹਦੇ ਰੂਪ ਨੂੰ ਦੇਖਾਂਗੇ ਉਸ ਵੇਲੇ ਗਏ ਸਮਝੋ, ਉਸ ਵਕਤ ਸਾਡੇ ਪੱਲੇ ਕੁਛ ਵੀ ਨਹੀਂ ਰਹਿ ਸਕਦਾ। ਕਈ ਵਾਰ ਅੱਗੇ ਵੀ ਦੱਸਿਆ, ਧਨੀ ਧਰਮਦਾਸ 14 ਕਰੋੜ ਦਾ ਸ਼ਾਹੂਕਾਰ ਸੀ। ਜਦੋਂ ਕਬੀਰ ਸਾਹਿਬ ਜੀ ਧਰਮੀ, ਉਹ ਉਸਨੇ ਆਪਣਾ ਨਾਂ ਧਰਮੀ ਰਖਾਇਆ ਸੀ, ਅਤੇ ਜਿਹੜੀਆਂ ਚੁੱਲ੍ਹੇ 'ਚ ਲੱਕੜਾਂ ਬਾਲਦਾ ਸੀ ਉਹ ਵੀ ਧੋ ਕੇ ਬਾਲਦਾ ਸੀ, ਇਮਾਨਦਾਰੀ ਆਪਣੀ ਦੱਸਦਾ ਸੀ। ਇੱਕ ਵਾਰ ਕਬੀਰ ਸਾਹਿਬ ਨੇ ਸੋਚਿਆ ਹੈ ਅਤੇ ਇਮਾਨਦਾਰ ਹੈ ਪਰ ਗਲਤ ਪਾਸੇ ਜਾ ਰਿਹਾ ਹੈ। ਕਬੀਰ ਸਾਹਿਬ ਨੇ ਜਾ ਕੇ ਚੁੱਲ੍ਹੇ 'ਚੋਂ ਲੱਕੜ ਕੱਢ ਕੇ ਬਾਹਰ ਮਾਰੀ, ਹਜ਼ਾਰਾਂ ਹੀ ਜੀਵ ਉਹਦੇ ਵਿੱਚੋਂ ਨਿਕਲੇ। ਜਦੋਂ ਹਜ਼ਾਰਾਂ ਜੀਵ ਨਿਕਲੇ, ਕਬੀਰ ਸਾਹਿਬ ਨੇ ਕਿਹਾ ਉਹ ਧਰਮੀ ਆ, ਇਹ ਧਰਮ ਹੈ, ਤੂੰ ਧਰਮੀ ਨਾਂ ਰਖਾਇਆ ਆਪਣਾ। ਉੱਥੇ ਗੁਪਤ ਹੋ ਗਏ ਕਬੀਰ ਸਾਹਿਬ ਜੀ। ਧਨੀ ਧਰਮਦਾਸ ਨੂੰ ਚਿੰਤਾ ਪੈ ਗਈ, ਇੰਨੀ ਚਿੰਤਾ ਪੈ ਗਈ ਖਾਣਾ ਪੀਣਾ ਛੁੱਟ ਗਿਆ। ਉਹਦੀ ਸ਼ਾਹੂਕਾਰਨੀ ਨੇ ਕਿਹਾ ਕਿ ਮਹਾਰਾਜ ਤੁਸੀਂ ਰੋਟੀ ਪਾਣੀ ਛਕੋ, ਗੁੜ ਅਤੇ ਮੱਖੀਆਂ ਬੜੀਆਂ, ਤੁਸੀਂ ਜਗ ਕਰੋ ਅਤੇ ਆਪੇ ਸਾਧੂ ਆਉਣਗੇ, ਜਿਹੜਾ ਆਏਗਾ ਉਹ ਤਾਂ ਤੁਸੀਂ ਪਛਾਣ ਲਿਓ। ਜਗ ਸ਼ੁਰੂ ਹੋ ਗਿਆ, 14 ਕਰੋੜ ਰੁਪਈਆ ਲੱਗ ਗਿਆ। ਜਦੋਂ 14 ਕਰੋੜ ਹੀ ਖਤਮ ਹੋ ਗਿਆ, ਸੋਚਦਾ ਹੁਣ ਕੀ ਕਰਾਂਗਾ ਮੈਂ। ਬੜਾ ਬੰਦਾ ਜਿਹੜਾ ਉਹ ਛੋਟਾ ਕੋਈ ਕੰਮ ਵੀ ਨਹੀਂ ਕਰ ਸਕਦਾ। ਸੋਚਿਆ ਕਿਸੇ ਦਰਿਆ 'ਚ ਚੱਲ ਕੇ ਛਾਲ ਮਾਰ ਕੇ ਮਰ ਜਾਂਦਾ। ਚਲਾ ਗਿਆ ਦਰਿਆ ਦੇ ਕਿਨਾਰੇ 'ਤੇ। ਜਦੋਂ ਛਾਲ ਮਾਰਨ ਲੱਗਾ ਤਾਂ ਕਬੀਰ ਸਾਹਿਬ ਨੇ ਬਾਂਹ ਫੜ ਲਈ। ਕੀ ਕਰਨ ਲੱਗਾ ਹੈ?
ਪਿੱਛੇ ਦੇਖਿਆ, ਕਹਿੰਦਾ ਤੂੰ ਹੁਣ ਆਇਆ, ਮੇਰਾ ਰਿਹਾ ਕੱਖ ਨਹੀਂ, ਤੇ ਪਹਿਲਾਂ ਕਿੱਥੇ ਸੀ? ਕਹਿੰਦਾ ਤੇਰੀ ਘਰਵਾਲੀ ਕਹਿੰਦੀ ਗੁੜ ਤੇ ਮੱਖੀਆਂ ਬੜੀਆਂ, ਅਸੀਂ ਸੋਚਿਆ ਗੁੜ ਮੁੱਕ ਜਾਓ ਤਾਂ ਫਿਰ ਜਾਵਾਂਗੇ। ਗੁੜ ਹੀ ਮੁੱਕ ਜਾਏਗਾ, ਅਸੀਂ ਮੱਖੀ ਨਹੀਂ ਹੈਗੇ, ਅਸੀਂ ਭੰਮਰੇ ਹਾਂ, ਅਸੀਂ ਮੱਖੀਆਂ ਨਹੀਂ ਹੈਗੇ। ਅਸੀਂ ਸੋਚਿਆ ਵੀ ਗੁੜ ਮੁੱਕ ਜਾਏਗਾ ਤਾਂ ਫਿਰ ਜਾਵਾਂਗੇ। ਚੱਲ ਵਾਪਸ ਆਤਮ ਕਰਨਾ ਠੀਕ ਨਹੀਂ, ਆਤਮ ਘਾਤ ਕਰਨਾ ਜਿਹੜਾ ਇਹ ਠੀਕ ਨਹੀਂ, ਕਈ ਜਨਮਾਂ ਵਿੱਚ ਆਉਣਾ ਪੈਂਦਾ ਹੈ। ਧਨੀ ਧਰਮਦਾਸ ਨੂੰ ਨਾਮ ਬਖਸ਼ਿਆ ਔਰ ਸਾਰੇ ਪਰਿਵਾਰ ਨੂੰ। ਇੱਕ ਲੜਕੇ ਨੇ ਨਾਮ ਨਹੀਂ ਲਿਆ, ਉਹ ਕਿਸੇ ਹੋਰ ਨੂੰ ਮੰਨਦਾ ਸੀ। ਆਖਿਰ ਧਨੀ ਧਰਮਦਾਸ ਨੇ ਇਹ ਬੇਨਤੀ ਕੀਤੀ ਕੀਵੀਰ ਸਾਹਿਬ ਅੱਗੇ ਕਿ ਮਹਾਰਾਜ ਮੈਂ ਹੁਣ ਕੁਛ ਨਹੀਂ ਮੰਗਦਾ, ਮੈਨੂੰ ਇੱਕ ਚੀਜ਼ ਦਿਓ ਕਿ ਮੇਰਾ ਧਿਆਨ ਤੁਹਾਡੇ ਚਰਨਾਂ 'ਚ ਰਹੇ, ਹੋਰ ਕਿਸੇ ਪਾਸੇ ਨਾ ਜਾਵੇ। ਮੈਂ ਨਾ ਹੁਣ ਦੌਲਤ ਮੰਗਦਾ, ਨਾ ਕੋਈ ਪਰਿਵਾਰ ਮੰਗਦਾ, ਨਾ ਮਾਣ ਵਡਿਆਈ ਮੰਗਦਾ ਹਾਂ, ਸਿਰਫ ਇੱਕ ਚੀਜ਼ ਮੰਗਦਾ ਕਿ ਮੇਰਾ ਧਿਆਨ ਤੁਹਾਡੇ ਚਰਨਾਂ 'ਚ ਰਹੇ, ਹੋਰ ਕਿਤੇ ਪਾਸੇ ਨਾ ਜਾਵੇ। ਸੋ ਜਦੋਂ ਸਾਡਾ ਧਿਆਨ ਜਿਹੜਾ ਕਿਸੇ ਹੋਰ ਪਾਸੇ ਜਾਂਦਾ ਹੈ, ਉਦੋਂ ਅਸੀਂ ਠੱਗੇ ਜਾਂਦੇ ਹਾਂ, ਕਿਉਂਕਿ ਠੱਗਾਂ ਦੇ ਹੱਥ ਚੜ੍ਹ ਜਾਂਦੇ ਹਾਂ ਅਸੀਂ। ਇੱਕ ਫਕੀਰ ਨੇ ਬੜਾ ਸੋਹਣਾ ਫਰਮਾਇਆ, ਇੱਥੋਂ ਉੱਡ ਜਾ ਭੋਲਿਆ ਪੈਂਸ਼ੀਆ, ਲੈ ਤੂੰ ਆਪਣੀ ਜਾਨ ਬਚਾ, ਇੱਥੇ ਡਾਕੇ ਪੈਣ ਦੁਪਹਿਰ ਨੂੰ ਤੇਰਾ ਦੇਣਗੇ ਆਲੜਾ ਢਾ, ਇੱਥੇ ਘਰ ਘਰ ਫਾਹੀਆਂ ਗੱਡੀਆਂ ਤੈਨੂੰ ਦੇਣਗੇ ਫਾਇਲਾ। ਦੁਪਹਿਰ ਕਿਹੜੀ ਹੈ? ਇਹਦੀ ਜੋਬਨ ਬਸਤਾ। ਡਾਕੇ ਕੌਣ ਮਾਰਦੇ ਨੇ? ਕਾਮ ਕ੍ਰੋਧ ਮੋਹ ਲੋਭ ਹੰਕਾਰ। ਉਹ ਇਹਦਾ ਆਲੜਾ ਸਰੀਰ ਜਿਹੜਾ ਤੁੰਬ ਦਿੰਦੇ, ਔਰ ਜਿਸ ਪਾਸੇ ਵੀ ਤੁਸੀਂ ਮੂੰਹ ਕਰੋਗੇ ਉੱਥੇ ਫਾਈ ਲੱਗੀ ਹੈ। ਠੱਗ ਤਿਆਰ ਹੈਗੇ ਨੇ ਠੱਗਣ ਵਾਸਤੇ। ਇਸ ਵਾਸਤੇ ਸੰਤ ਸਾਨੂੰ ਇਹੀ ਸਮਝਾਉਂਦੇ ਆ ਕਿ ਭਾਈ ਦੇਖਿਓ ਕਿਤੇ ਠੱਗਾਂ ਦੇ ਹੱਥ ਨਾ ਚੜ ਜਾਇਓ। ਇੱਥੇ ਬੜੀ ਮੁਸ਼ਕਿਲ ਤੁਹਾਨੂੰ ਇਹ ਜਨਮ ਮਿਲਿਆ ਹੈ। ਜੇ ਜਗਤ 'ਤੇ ਆਇਓ ਤਾਂ ਫਿਰ ਕੋਈ ਅੱਛਾ ਕੰਮ ਕਰ ਲਓ, ਨੇਕ ਪਾਕ ਕੰਮ ਕਰੋ ਔਰ ਭਜਨ ਸਿਮਰਨ ਕਰੋ, ਸਾਧ ਸੰਗਤ ਦੀ ਸੇਵਾ ਕਰੋ, ਤਾਂ ਕਿ ਜਿਹਦੇ ਵਿੱਚ ਤੁਹਾਨੂੰ ਕੁਛ ਮਿਲਣਾ ਹੈਗਾ। ਹਾਂਜੀ। ਧੋਖਾ ਮਤ ਖਾਨਾ ਜਗ ਆਏ ਪਿਆਰੇ, ਧੋਖਾ ਮਤ ਖਾਨਾ ਜਗ ਆਏ, कोई मीत ना जानो अपना, सब ठग बैठे फांसी लाए। स्वामी जी महाराज बड़े प्यार दे नाल फरमा रहे है, कोई अपना मित्र तुसी समझो ना, ये सारे ठग बैठे है, सारिਆਂ ने फांसियां लगाइयां ने। किसी नाल भी तुसी जिन्ना मर्जी भला कर लो, जिन्ना मर्जी किसी की मदद कर लो, लेकिन आखिर वो दुश्मन बन जाता। किसी नूं भी तुसी करो, कोई भी भावें बंदा हैगा, वो सज्जन नहीं रहिंदा। ये संतां नूं पता है सारा, तद बाणी चों ना लिखिया है कि कोई मित्र नहीं बन सकता, कोई भी सज्जन नहीं बन सकता। जिन्ना मर्जी तुसी उहदे नाल भला करो, जितना मर्जी उहदी कोई मदद करो, आखिर दुश्मन बन जाएगा। हाँ जी। कोई मीत न जानो अपना, सब ठग बैठे फांसी लाए। जब सच्चा होए चगल चले डगर गुरु, तब ही चौंके रोके आए।
ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਜਦ ਵੀ ਕੋਈ ਇਨਸਾਨ ਸੱਚਾ ਹੋ ਕੇ ਪਰਮਾਤਮਾ ਦੀ ਤਰਫ ਚੱਲਦਾ ਹੈ ਤਾਂ ਉਸ ਨੂੰ ਰੋਕਣ ਵਾਲੇ ਹਜ਼ਾਰਾਂ ਹੀ ਤਿਆਰ ਹੋ ਜਾਂਦੇ। ਜਿਨ੍ਹਾਂ ਨੇ ਕਦੀ ਕਿਤੇ ਪਾਣੀ ਵੀ ਨਹੀਂ ਪਿਲਾਇਆ ਕਿਸੇ ਨੂੰ, ਉਹ ਵੀ ਰੋਕਣ ਵਾਸਤੇ ਤਿਆਰ ਹੋ ਜਾਂਦੇ। ਉਹ ਵੀ ਉਹਨੂੰ ਬੜੀਆਂ ਸਲਾਹਾਂ ਦਿੰਦੇ ਹੈ ਕਿ ਭਾਈ ਤੇਰਾ ਕੋਈ ਇਹ ਕੰਮ ਹੈ, ਤੇਰੀ ਕੋਈ ਉਮਰ ਹੈ, ਤੂੰ ਅੱਜ ਉਹ ਕੰਮ ਕਰ ਰਿਹਾ ਹੈ, ਤੇਰੀ ਉਮਰ ਹੈ ਕੋਈ ਹੈ, ਅੱਜ ਤੇਰਾ ਫਲਾਣਾ ਕੰਮ ਹੈ, ਤੂੰ ਢੀਂਗਰਾ ਕੰਮ ਹੈ, ਜੇ ਹੈ ਉਹ ਹੈ। ਕਈ ਕੰਮ ਉਸ ਨੂੰ ਦੱਸੇਗਾ, ਕਈ ਕੰਮ ਉਸ ਨੂੰ ਦੱਸੇਗਾ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ। ਰੋਕਣ ਵਾਸਤੇ ਤਿਆਰ ਹੁੰਦੇ ਹੈ ਲੇਕਿਨ ਕੋਈ ਮਦਦ ਨਹੀਂ ਕਰ ਸਕਦਾ, ਕੋਈ ਮਦਦ ਨਹੀਂ ਕਰਦਾ ਵੀ ਚੱਲ ਤੂੰ ਚੰਗਾ ਕੰਮ ਕਰ ਰਿਹਾ ਹੈ, ਅਸੀਂ ਤੇਰੀ ਮਦਦ ਕਰਦੇ ਹਾਂ, ਨਾ ਇਸ ਬਾਰੇ ਕੋਈ ਨਹੀਂ। ਲੇਕਿਨ ਰੋਕਣ ਵਾਸਤੇ ਤਿਆਰ ਨੇ। ਸੋਚਿਆ ਜਾਵੇ, ਪੁੱਛਿਆ ਜਾਏ ਕਿ ਟਾਈਮ ਹੈ ਕਿਹੜਾ? ਸਾਡੀ ਜ਼ਿੰਦਗੀ ਦਾ ਤਾਂ ਪਤਾ ਨਹੀਂ ਰਾਤ ਆਉਣੀ ਹੈ ਜਾਂ ਦਿਨ ਆਉਣਾ ਹੈ ਜਾਂ ਨਹੀਂ ਆਉਣਾ, ਸਾਡੀ ਗਰੰਟੀ ਤਾਂ ਕੋਈ ਹੈ ਨਹੀਂ। ਉਹ ਕਿਹੜਾ ਵਕਤ ਹੈ ਜਿਸ ਵਕਤ ਅਸੀਂ ਬੰਦਗੀ ਕਰਾਂਗੇ? ਤਾਂ ਆਪਣੀ ਗੱਲ ਕਰਨੀ ਤਾਂ ਨਹੀਂ ਚਾਹੀਦੀ, ਕੋਈ ਮਾਣ ਨਹੀਂ ਇਹਦੇ ਵਿੱਚ, ਪਰ ਮੌਕੇ ਪਰ ਆਏ ਕਰਨੇ ਵੀ ਪੈ ਜਾਂਦੀ ਹੈ। ਜਦੋਂ ਅਸੀਂ ਘਰੋਂ ਨਿਕਲੇ ਇੱਕ ਬੰਦਾ ਆਇਆ, ਕਹਿੰਦਾ ਤੁਸੀਂ ਘਰੋਂ ਕਿਉਂ ਆਏ ਹੋ, ਕੀ ਤੁਹਾਨੂੰ ਚਾਹੀਦਾ? ਮੈਂ ਕਿਹਾ ਮੈਨੂੰ ਤਾਂ ਕੁਛ ਵੀ ਨਹੀਂ ਚਾਹੀਦਾ। ਕੋਈ ਤੁਹਾਨੂੰ ਪੈਸੇ ਦੀ ਲੋੜ ਹੈ? ਮੈਂ ਕਿਹਾ ਨਹੀਂ, ਮੈਨੂੰ ਪੈਸੇ ਦੀ ਲੋੜ ਨਹੀਂ, ਨਾ ਮੈਂ ਕਿਸੇ ਦਾ ਕਰਜ਼ਾ ਦੇਣਾ, ਨਾ ਕਿਸੇ ਕੋਲੋਂ ਲੈਣੇ ਹੈਗੇ ਹੈ। ਰੋਟੀ ਤਾਂ ਖਾਂਦੇ ਹੀ ਸਾਂ, ਮਿਹਨਤ ਕਰਦੇ ਖਾਂਦੇ ਆ। ਮੈਂ ਕਿਹਾ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਉਸੇ ਦੀ ਜ਼ਰੂਰਤ ਹੈ। ਮੈਂ ਕਿਹਾ ਅਤੇ ਤੁਸੀਂ ਘਰ ਚਲੋ। ਮੈਂ ਕਿਹਾ ਚਲੋ ਸੋਚਾਂਗੇ। ਥੋੜ੍ਹੇ ਦਿਨ ਗਏ ਅਤੇ ਫਿਰ ਕੋਈ ਇੱਕ ਆ ਗਿਆ। ਉਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਮੇਰੀ ਜਾਨ ਛੱਡੋ, ਤੁਹਾਡਾ ਨੁਕਸਾਨ ਕੀ ਹੈ? ਨੁਕਸਾਨ ਹੋਊ ਤਾਂ ਮੇਰਾ ਆਪਣਾ ਹੋਊਗਾ, ਹੈ ਜੀ। ਅਤੇ ਤੁਹਾਡਾ ਕੀ ਨੁਕਸਾਨ ਹੈ? ਨਾ ਤੁਸੀਂ ਕਦੇ ਬੋਲੇ, ਨਾ ਕਦੇ ਆਏ, ਕਦੇ ਗਏ, ਮਤਾਂ ਤੁਸੀਂ ਦੇਣ ਲੱਗ ਪਏ ਹੋ। ਮੈਂ ਕਿਹਾ ਤੁਸੀਂ ਜਾਓ, ਮੈਂ ਸੋਚ ਲਵਾਂਗਾ। ਇਸ ਤਰ੍ਹਾਂ ਜੋ ਵੀ ਸਵਾਮੀ ਜੀ ਮਹਾਰਾਜ ਲਿਖ ਰਿਹਾ ਠੀਕ ਲਿਖ ਰਿਹਾ। ਕੋਈ ਵੀ ਸੱਚਾ ਹੋ ਕੇ ਪਰਮਾਤਮਾ ਦੀ ਤਰਫ ਚੱਲਦਾ ਹੈ ਅਤੇ ਜਿਹਨੇ ਕਦੇ ਪਾਣੀ ਨਹੀਂ ਕਿਸੇ ਨੂੰ ਪਿਲਾਇਆ, ਉਹ ਵੀ ਉਹਦਾ ਉਸ ਵੇਲੇ ਹਮਦਰਦੀ ਬਣ ਜਾਂਦਾ ਰੋਕਣ ਵਾਸਤੇ। ਕੀ ਕਰਨਾ, ਕੀ ਟਾਈਮ ਹੈ, ਇਸ ਲਈ ਤੂੰ ਫਲਾਣਾ ਕੰਮ ਕਰਨਾ ਹੈ, ਫਲਾਣਾ ਕਰਨਾ ਹੈ, ਫਲਾਣਾ ਕਰਨਾ ਹੈ। 50 ਕੰਮ ਉਸ ਨੂੰ ਦੱਸ ਦੇਣਗੇ। ਕਿਹੜਾ ਟਾਈਮ ਹੈ ਬੰਦੇ ਦਾ? ਸੋਚਿਆ ਜਾਵੇ ਤਾਂ ਟਾਈਮ ਹੈ ਕਿਹੜਾ ਹੈ? ਸਾਹ ਦਾ ਤਾਂ ਪਤਾ ਨਹੀਂ ਆਉਣਾ ਵੀ ਹੈ ਜਾਂ ਨਹੀਂ ਆਉਣਾ। ਇੱਕ ਮੁਸਲਮਾਨ ਫਕੀਰ ਨੇ ਫਰਮਾਇਆ ਕਿ ਆਦਮੀ ਜਿਹੜਾ ਕਿ ਆਦਮੀ ਕਾਹਦੇ ਨਾਲ ਆਦਮੀ ਹੈ? ਆਦਮ। ਮੁਸਲਮਾਨ ਕਹਿੰਦੇ ਆ ਉਸ ਨੂੰ ਦਮ, ਸਾਹ ਨੂੰ ਆਦਮ। ਜੇ ਦਮ ਆਇਆ ਤਾਂ ਆਦਮੀ ਹੈ, ਜੇ ਨਹੀਂ ਆਇਆ ਤਾਂ ਕੁਛ ਵੀ ਨਹੀਂ, ਮਿੱਟੀ ਹੈ। ਕੋਈ ਗਰੰਟੀ ਨਹੀਂ ਕਿਸੇ ਦੀ, ਪਤਾ ਨਹੀਂ ਰਾਤ ਆਉਣੀ ਜਾਂ ਦਿਨ ਆਉਣਾ ਜਾਂ ਨਹੀਂ ਆਉਣਾ। ਕਿਸ ਵਕਤ ਅਸੀਂ ਬੰਦਗੀ ਕਰਾਂਗੇ? ਇਹ ਸੰਤ ਮਹਾਂਪੁਰਖ ਹੀ ਸਾਨੂੰ ਸਮਝਾਉਂਦੇ ਆ ਕਿ ਭਾਈ ਮਨੁੱਖਾ ਜਨਮ 'ਚ ਰਹਿੰਦੇ ਹੋਈ ਤੁਸੀਂ ਆਪਣਾ ਟਾਈਮ ਜਿਹੜਾ ਹੈ ਉਹ ਭਜਨ ਸਿਮਰਨ 'ਚ ਲਾ ਦਿਓ, ਆਪਣੇ ਮਾਲਕ ਵੱਲ ਲਗਾਓ, ਤਾਂ ਕਿ ਤੁਹਾਨੂੰ ਕੋਈ ਨਾ ਕੋਈ ਫਾਇਦਾ ਮਿਲ ਜਾਏ। ਬਾਕੀ ਦੁਨੀਆ ਦਾ ਜੀਵ ਕੋਈ ਬੰਦਾ ਵੀ ਕਿਸੇ ਨੂੰ ਕਹਿਣ ਵਾਸਤੇ ਤਿਆਰ ਨਹੀਂ। ਹਾਂਜੀ। जब सच्चा होए चले नगर गुरु, तब ही चौके रोके आए। ऊंच नीच कहे बचन तोख के, मन को तेरे दे परमाए। स्वामी जी एक शब्द च फरमाउंदे है, कोई सज्जन बन भरमावे, कोई दुश्मन बन धमकावे। जदों सज्जन बन के समझाउंदा है, जे जीव नहीं समझदा तो फिर उसनूं उल्टे फुलटे बचन कहंदा है। जदों किसी नूं उल्टे फुलटे बचन कहे है, फिर भी उसदा मन नहीं लगता भजन ते।
ਉਹ ਫਿਰ ਸੋਚਾਂ ਵਿਚਾਰਾਂ 'ਚ ਕਈ ਦਿਨ ਲੰਘ ਜਾਂਦੇ ਹੈ ਕਿ ਮੈਂ ਇਸ ਗੱਲ ਦਾ ਆਹ ਜਵਾਬ ਦੇਣਾ ਸੀ, ਇਸ ਗੱਲ ਦਾ ਉਹਨੂੰ ਆਹ ਜਵਾਬ ਦੇਣਾ ਸੀ, ਇਸ ਦਾ ਆਹ ਜਵਾਬ ਦੇਣਾ ਸੀ। ਕਈ ਦਿਨ ਸੋਚਾਂ ਵਿਚਾਰਾਂ ਦੇ ਵਿੱਚ ਹੀ ਉਹਦੇ ਗਲਤ ਜਾਂਦੇ। ਇਹ ਹਾਲਤ ਦੁਨੀਆ ਦੀ ਹੈ। ਇਹ ਵੀ ਦੁਸ਼ਮਣੀ ਹੈ, ਇਹ ਬਹੁਤ ਵੱਡੀ ਦੁਸ਼ਮਣੀ ਹੈ। ਜਿਹੜਾ ਭਜਨ ਦਾ ਇੱਕ ਟਾਈਮ ਨਹੀਂ ਲੱਗਣਾ ਬੰਦੇ ਦਾ, ਉਧਰ ਧਿਆਨ ਨਹੀਂ ਲੱਗਣਾ, ਸੋਚਾਂ ਵਿਚਾਰਾਂ ਦੇ ਵਿੱਚ ਰਹਿਣਾ ਹੈ, ਇਹ ਵੀ ਪਾਪ ਹੈ। ਤਦ ਹੀ ਲੱਗ ਸਕਦਾ ਜੇ ਸ਼ਾਂਤੀ ਪਿਆਰ ਮੁਹੱਬਤ ਹੋਵੇ ਤੇ ਤਦ ਹੀ ਉਸ ਪਾਸੇ ਟਾਈਮ ਲੱਗਦਾ ਹੈ। ਜਦੋਂ ਕਿਸੇ ਨੂੰ ਉਲਟੇ ਫੁਲਟੇ ਲਫ਼ਜ਼ ਕਹਿ ਦਿਓ, ਗਲਤ ਕਹਿ ਦਿਓ, ਉਹ ਸੋਚਦਾ ਹੀ ਰਹਿੰਦਾ ਬੰਦਾ ਕਿ ਮੈਂ ਇਹਦਾ ਜਵਾਬ ਆਹ ਦੇਣਾ ਸੀ, ਆਹ ਦੇਣਾ ਸੀ, ਆਹ ਦੇਣਾ ਸੀ। ਕਈ ਦਿਨ ਸੋਚਾਂ ਵਿੱਚ ਪਿਆ ਰਹਿੰਦਾ ਹੈ। ਕਿਤਨਾ ਪਾਪ ਹੈ। ਇਹ ਵੀ ਗਲਤ ਗਿਆ, ਉਹ ਸਮਾਂ ਹੀ ਗਲਤ ਚਲਾ ਜਾਂਦਾ ਹੈ। ਇਹ ਵੀ ਠੱਗੀ ਹੈ, ਇਹ ਵੀ ਠੱਗੀ ਹੈ ਸਾਡੇ ਨਾਲ। ਇਹ ਕਬੀਰ ਸਾਹਿਬ ਨੂੰ ਜਦੋਂ ਜਾ ਕੇ ਕਬੀਰ ਸਾਹਿਬ ਦੇ ਸ਼ਰਧਾਲੂਆਂ ਨੇ ਕਿਹਾ, ਮਹਾਰਾਜ ਲੋਕ ਤੁਹਾਡੀ ਨਿੰਦਿਆ ਕਰਦੇ ਹੈ, ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਕਬੀਰ ਸਾਹਿਬ ਨੇ ਕਿਹਾ, ਸੋਚਿਆ ਕਿ ਜੇ ਅਸੀਂ ਕਿਸੇ ਨੂੰ ਪੁੱਛਿਆ ਵੀ ਤੂੰ ਕਰਨਾ ਤਾਂ ਉਹਨੇ ਕਹਿਣਾ ਮੈਂ ਨਹੀਂ ਕਰਦਾ। ਤਦ ਵੀ ਸਾਡਾ ਟਾਈਮ ਗਿਆ। ਉਹਨਾਂ ਨੂੰ ਕਿਹਾ ਕਬੀਰ ਸਾਹਿਬ ਨੇ ਕਿ ਕਰਨ ਦਿਓ। ਨਿੰਦੋ ਨਿੰਦੋ ਲੋਕੋ ਮੈਨੂੰ ਨਿੰਦੋ, ਨਿੰਦਿਆ ਮੇਰੀ ਮਾਤਾ ਔਰ ਪਿਤਾ ਹੈ, ਮੇਰੇ ਬੜੇ ਪਿਆਰੇ ਹੈ। ਨਿੰਦਕ ਦੇ ਪ੍ਰਤਾਪ ਦੇ ਨਾਲ ਅਸੀਂ ਪਾਰ ਲੰਘ ਗਏ, ਨਿੰਦਕ ਵਿੱਚ ਡੁੱਬ ਗਿਆ। ਨਿੰਦਕ ਸਾਡਾ ਮਜ਼ਦੂਰ, ਇੱਕ ਕਿਸਮ ਦਾ ਮਜ਼ਦੂਰੀ ਕਰ ਰਿਹਾ ਬਿਨਾਂ ਪੈਸਿਆਂ ਦੇ। ਨਿੰਦੋ ਮੈਨੂੰ ਬੜੀ ਪਿਆਰੀ ਹੈ ਨਿੰਦਿਆ, ਨਿੰਦਿਆ ਦੇ ਨਾਲ ਮੇਰੀ ਤਰੱਕੀ ਹੋ ਰਹੀ ਹੈ। ਜਿੱਥੇ ਮੇਰਾ ਨਹੀਂ ਪਤਾ ਉੱਥੇ ਵੀ ਪਤਾ ਲੱਗ ਜਾਂਦਾ, ਉੱਥੇ ਵੀ ਜਾ ਕੇ ਪਤਾ ਦੇ ਆਉਂਦੇ ਆ ਨਿੰਦਕ। ਇਸ ਵਾਸਤੇ ਫਕੀਰ ਬੜੀ ਸਮਝਦਾਰੀ ਨਾਲ ਬਚਦੇ ਹੈ, ਨਹੀਂ ਤਾਂ ਲੋਕੀ ਬਚਣ ਨਹੀਂ ਦਿੰਦੇ, ਬਚਣ ਨਹੀਂ ਦਿੰਦੇ ਹੈਗੇ। ਇਹ ਬਹੁਤ ਹੀ ਕੋਈ ਮਾਲਕ ਦੀ ਮਿਹਰ ਹੋਵੇ ਤੇ ਬਚੇ, ਤੇ ਬਚੇ ਨਹੀਂ ਤਾਂ ਨਹੀਂ। ਹਾਂਜੀ। ऊंच नीच कहे बचन तोख के, मन को तेरे दे परमाए, इनसे रहना समझ बूझ कर है ये वैरी हित दिखलाए। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਰਹਿਣਾ ਵੀ ਇਹਨਾਂ ਦੇ ਵਿੱਚ ਹੈ ਔਰ ਰਹਿਣਾ ਵੀ ਸਮਝ ਬੂਝ ਕੇ। ਜਾਣਾ ਵੀ ਕੋਈ ਜੰਗਲਾਂ 'ਚ ਨਹੀਂ ਜਾਣਾ। ਜੰਗਲਾਂ 'ਚ ਜਿਹੜੇ ਫਕੀਰ ਜਾਂਦੇ ਹੈ, ਤਪੱਸਿਆ ਕਰਦੇ ਹੈ, ਉਹਨਾਂ ਨੂੰ ਫਿਰ ਵਸਦੀਆਂ 'ਚ ਆਉਣਾ ਪੈਂਦਾ ਹੈ, ਕਿਉਂਕਿ ਮਨ ਦੀਆਂ ਖਾਸ਼ਾਂ ਜਿਹੜੀਆਂ ਉਹ ਮੁੱਕਦੀਆਂ ਨਹੀਂ। ਟਰਾਈ ਇਹਦੀ ਇੱਥੇ ਹੀ ਹੋਣੀ ਹੈ, ਇਸੇ ਦੁਨੀਆ ਦੇ ਵਿੱਚ ਹੀ। ਜੋ ਸਹਿਜ ਮਤ ਜੋਗ ਦੇ ਫਕੀਰ ਨੇ ਉਹ ਇਹੀ ਕਹਿੰਦੇ ਆ ਕਿ ਰਹਿਣਾ ਇੱਥੇ ਹੀ ਹੈ, ਜਾਣਾ ਕਿਤੇ ਵੀ ਨਹੀਂ, ਲੇਕਿਨ ਸਮਝ ਬੂਝ ਕੇ ਰਹਿਣਾ ਹੈ। ਸਹਿਜੋ ਭਾਈ ਨੇ, ਸਹਿਜੋ ਭਾਈ की स्त्री हुई है, उसने बहुत तपस्या की है। उसने अपनी बाणी 'ਚ लिखिया है, सहजो जगत विच रहना तो किस तरह रहना, जिस तरह मुख विच जीभ रहिंदी है। जीभ का इशारा दिता है, जिस तरह मुख 'ਚ जीभ रहिंदी है, खाने नूं बल बल के दंदां दे थल्ले जीभ देगी, लेकिन आप नहीं आउंदी। खाना नूं इकट्ठा करके दंदां दे थल्ले लै आउंदी है, आपे फौरन निकल जाती है। और जद भी खाना बरीक होंदा है तो फिर उहदे उस खाने नूं अपने उत्ते जीभ दे लैके उहदा जैका स्वाद जिहड़ा है वो फिर दसदी है। इसे तरह फकीर जिहड़े है वो रहिंदे इसे दुनिया विच ने। माखण माखण संतों खाया, शाह पिया संसारा। वो मक्खन केड़ा खादा संतां ने कि शब्द शब्द की लज्जत लई, और संसार जिहड़ा है ये शाह लस्सी पींदा रहा, ये ना तिरवत है ना ये मक्खन है। लड़ाई झगड़ा सारा, लड़ाइयाँ झगड़ियां का काम बन गया, इन्हां नूं कुछ नहीं मिलना। और संत शब्द का रस लै गए,
ਇਹਨਾਂ ਦੇ ਵਿੱਚ ਰਹਿੰਦੇ ਹੋਈ ਇਹ ਸਹਿਜੋ ਕਿ ਇਸ ਤਰ੍ਹਾਂ ਸੰਸਾਰ ਵਿੱਚ ਰਹਿਣਾ ਜੀ, ਜਿਸ ਤਰ੍ਹਾਂ ਮੁੱਖ 'ਚ ਜੀਵ ਰਹਿੰਦੀ ਹੈ। ਔਰ ਆਪਣੀ ਜ਼ਿੰਦਗੀ ਬਾਰੇ ਸਹਿਜੋ ਬਾਈ ਨੇ ਫਰਮਾਇਆ, ਚੱਲਣਾ ਹੈ ਰਹਿਣਾ ਨਹੀਂ, ਚੱਲਣਾ ਵਿਸਵਾ ਵੀਸ, ਐ ਸਹਿਜੋ ਤਿੰਨਕ ਸੁਹਾਗ ਪਰ ਕਾਹੇ ਗੰਧਾਵੇਂ ਸੀਸ। ਇੱਕ ਤਿਨਕਾ ਜਿਹੜਾ ਤੋੜਦਿਆਂ ਕਿੰਨਾ ਕੁ ਚਿਰ ਲੱਗਦਾ ਹੈ। ਚੱਲਣਾ ਹੈ ਰਹਿਣਾ ਨਹੀਂ, ਸਹਿਜੋ ਬਾਈ ਨੇ ਕਿਹਾ ਕਿ ਜਾਣਾ ਹੀ ਜਾਣਾ ਇੱਕ ਦਿਨ। ਇੱਕ ਤਿਨਕਾ ਜਿਹੜਾ ਤੋੜਨਾ ਹੈ ਉਹ 'ਚ ਕਿੰਨਾ ਕੁ ਚਿਰ ਲੱਗਦਾ ਹੈ, ਕੁਛ ਵੀ ਨਹੀਂ ਲੱਗਦਾ। ਇਹ ਤੇਰੀ ਜ਼ਿੰਦਗੀ ਹੈ, ਕਾਹੇ ਗੰਧਾਵੇਂ ਸੀਸ, ਕਾਹਦੇ ਤੇ ਸ਼ੌਂਕਾਂ ਕਰਨੀਆਂ ਨੇ, ਜ਼ਿੰਦਗੀ ਤੇ ਉਹ ਹੈ ਹੀ ਨਹੀਂ। ਜਿਹਨਾਂ ਵੀ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਤਜਰਬੇ ਕੀਤੇ। ਹਾਂਜੀ, इनसे रहना समझ बूझ कर है ये वैरी हित दिखलाए। सब स्वार्थ ਦੇ ਸੰਗੀ ਨੇ, ਕਿਸੇ ਦਾ ਵੀ ਸਵਾਰਥ ਹੁੰਦਾ ਰਹੇ ਉਹ ਸੱਜਣ ਬਣਿਆ ਰਹਿੰਦਾ ਹੈ। ਜਿਹਦਾ ਸਵਾਰਥ ਨਾ ਹੋਵੇ ਉਹ ਦੁਸ਼ਮਣ ਬਣ ਜਾਂਦਾ ਹੈ। ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ, ਪਿਓ ਪੁੱਤ ਦਾ ਬਣ ਜਾਂਦਾ, ਧੀਆਂ ਪੁੱਤਰ ਸਭ ਬਣ ਜਾਂਦੇ ਹੈਗੇ, ਰਿਸ਼ਤੇਦਾਰ ਬਣ ਜਾਂਦੇ ਦੁਸ਼ਮਣ। ਅਗਰ ਕਿਸੇ ਦਾ ਸਵਾਰਥ ਹੁੰਦਾ ਰਹਿੰਦਾ ਹੈ ਤਾਂ ਉਹ ਸੱਜਣ ਬਣਿਆ ਰਹਿੰਦਾ ਹੈ। ਹਾਂਜੀ, तेरी हान लाभ नहीं सोचे, अपने स्वार्थ रहे लिपटाए। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਪੁਰਸ਼ ਤੇਰੀ ਹਾਨ ਤੇ ਲਾਭ ਬਾਰੇ ਕੋਈ ਨਹੀਂ ਸੋਚਦਾ, ਆਪਣੇ ਸਵਾਰਥ ਵਿੱਚ ਹੀ ਲਪਟੇ ਪਏ ਹੈ ਕਿ ਇਹਨਾਂ ਦਾ ਸਵਾਰਥ ਹੁੰਦਾ ਰਹੇ। ਤੇਰਾ ਭਾਵੇਂ ਜੋ ਮਰਜ਼ੀ ਹਾਲ ਹੋਵੇ, ਤੂੰ ਇਹਨਾਂ ਦਾ ਸਵਾਰਥ ਕਰ, ਇਹਨਾਂ ਦੀਆਂ ਗਰਜਾਂ ਪੂਰੀਆਂ ਕਰੀ ਜਾ। ਤੂੰ ਭਾਵੇਂ ਸਜ਼ਾ ਕੱਟ, ਚਾਹੇ ਜੇਲ੍ਹਾਂ 'ਚ ਚਲੇ ਜਾਏ, ਚਾਹੇ ਨਰਕਾਂ 'ਚ ਚਲੇ ਜਾ, ਤੇਰਾ ਕੋਈ ਫਿਕਰ ਨਹੀਂ ਇਹਨਾਂ ਨੂੰ। ਔਰ ਦੁਨੀਆ ਦੇ ਵਿੱਚ ਦੇਖ ਲਓ ਤੁਸੀਂ, ਹੈ ਵੀ ਇਹੀ ਚਾਲ ਚੱਲ ਰਹੀ ਹੈ। ਭਰਾ ਭਰਾ ਦਾ ਬੈਰੀ ਬਣ ਜਾਂਦਾ, ਪੁੱਤ ਪਿਓ ਦਾ ਬੈਰੀ ਬਣ ਜਾਂਦਾ, ਔਰ ਰਿਸ਼ਤੇਦਾਰ ਸੱਜਣ ਮਿੱਤਰ ਜਿਹਦਾ ਨਹੀਂ ਕੋਈ ਖਾਣਾ ਪੂਰਾ ਹੁੰਦਾ ਉਹੀ ਦੁਸ਼ਮਣ ਬਣ ਜਾਂਦਾ ਹੈਗਾ। ਹਾਂਜੀ, तेरी हान लाभ नहीं सोचे, अपने स्वार्थ रहे लिपटाए। तू भी चतुरा गुर का प्यारा, उन संग रह गुरु चरण समाए। स्वामी जी महाराज बड़े प्यार दे नाल फरमा रहे हैं कि ऐ पुरुष तेरी अकलबंदी जिहड़ी है, समझदारी जिहड़ी है, वो ये है कि रहो उन्हां दे नाल, उन्हां दे संग ही रहो, पर सतगुर दे चरण ना छड्डी। सतगुर दे चरण ना छड्डी, ये तेरी अकलबंदी समझदारी तद है। अगर तू सतगुर दे चरण छड्ड देते, संगत छड्ड देती, फिर तू धोखा खा गया, फिर तैनूं धोखा लग गया। बेशक उन्हां दे नाल रहो, लेकिन तू अपनी लैन ना छड्ड। हाँ जी, तू भी चतुरा गुर का प्यारा, उन संग रह गुर चरण समाए। उनको भी इस पांत पलाई, तेरी भगत ना
थकती जाए। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਭੁਲਾ ਦੇ, ਤੇਰੀ ਭਗਤੀ ਵੀ ਥੱਕੇ ਨਾ, ਜ਼ਬਰਦਸਤੀ ਨਾਲ ਨਹੀਂ, ਬੌਰ ਬੌਰ ਤੋਂ ਭਗਤ ਕਮਾਏ। ਕਈ ਵਾਰ ਦਰਿਆਵਾਂ ਦੇ ਤਾਰੂਆਂ ਦੀ ਹਜ਼ੂਰ ਸਾਖੀ ਸੁਣਾਉਂਦੇ ਹੁੰਦੇ ਸੀ ਕਿ ਐਸ ਦੁਸ਼ਮਣਾਂ 'ਚੋਂ ਨਿਕਲਣਾ ਜਿਹੜਾ ਹੈ ਇਹ ਬੜੇ ਹਿਸਾਬ ਦੇ ਨਾਲ ਨਿਕਲਣਾ ਹੈ, ਭਗਤੀ ਵੀ ਕਰਨੀ ਹੈ ਔਰ ਇਹਨਾਂ ਕੋਲੋਂ ਨਿਕਲਣਾ ਵੀ ਹੈ। ਤਾਰੂ ਜਿਹੜੇ ਦਰਿਆਵਾਂ ਦੇ ਹੁੰਦੇ ਹੈ, ਅਸੀਂ ਦਰਿਆ ਨਹੀਂ ਟੱਪ ਸਕਦੇ, ਜਿਹੜੇ ਦਰਿਆਵਾਂ ਦੇ ਤਾਰੂ ਉਹ ਟੱਪ ਵੀ ਜਾਂਦੇ ਆ, ਸਵਾਰੀ ਨੂੰ ਵੀ ਲੈ ਜਾਣਗੇ, ਸਵਾਰੀ ਦਾ ਸਮਾਨ ਵੀ ਲੈ ਜਾਣਗੇ। ਕਿਉਂ? ਉਹਨਾਂ ਨੇ ਕੋਰਸ ਕੀਤਾ ਹੈ। ਉਹਨਾਂ ਦਾ ਕੀ ਕੋਰਸ ਹੈ? ਹੌਲੀ ਹੌਲੀ ਉਹ ਚਲਦੇ ਜਾਂਦੇ ਆ, ਪਾਣੀ ਢਾਲ ਜਿਹੀ ਫੜ ਲੈਂਦੇ ਆ, ਪਾਣੀ ਨੂੰ ਕੱਟਦੇ ਜਾਂਦੇ ਆ, ਸਿੱਧਾ ਨਹੀਂ ਜਾਂਦੇ, ਢਾਲ ਫੜ ਲੈਂਦੇ ਆ, ਇੱਕਦਮ ਬੰਨਣ ਲੱਗ ਜਾਂਦੇ ਆ, ਔਰ ਸਵਾਰੀ ਨੂੰ ਵੀ ਲੈ ਜਾਂਦੇ, ਉਹਦਾ ਸਮਾਨ ਵੀ ਲੈ ਜਾਂਦੇ। ਤੂੰ ਵੀ ਇਸ ਤਰ੍ਹਾਂ ਢਾਲ ਫੜ ਲੈ, ਬੌਰ ਬੌਰ ਤੋਂ ਭਗਤ ਕਮਾਏ। ਤੂੰ ਬੌਰਾ ਜਿਹਾ ਹੋ ਕੇ ਭਗਤੀ ਕਮਾ ਲੈ, ਰਹੋ ਪਾਇਨਾਂ ਦੇ ਵਿੱਚ ਹੀ, ਪਰ ਭਗਤੀ ਕਮਾ ਲੈ। ਦੇਖੀ ਕਿਤੇ ਭਗਤੀ ਛੱਡ ਨਾ ਦੇ, ਕਿ ਐਸੀ ਜ਼ਬਰਦਸਤੀ ਨਾ ਕਰੀ ਕਿ ਜਿਹਦੇ ਨਾਲ ਤੂੰ ਥੱਕ ਹੀ ਜਾਏ। ਜਿਨ੍ਹਾਂ ਨੇ ਭਗਤੀ ਕਮਾਈ ਹੈ, ਮਿਹਨਤ ਕੀਤੀ ਹੈ, ਉਹ ਬੌਰੇ ਜਿਹੇ ਹੋ ਕੇ, ਭੋਲੇ ਜਿਹੇ ਬਣ ਕੇ ਹੌਲੀ ਹੌਲੀ ਨਿਕਲ ਗਏ। ਜ਼ਬਰਦਸਤੀ ਨਹੀਂ ਨਾਲ, ਜ਼ਬਰਦਸਤੀ ਨਾਲ ਕੋਈ ਕੰਮ ਨਹੀਂ ਹੋ ਸਕਦਾ। ਹਾਂਜੀ। उनको भी इस पांत पलाई, तेरी भगत ना थकती जाए। जो बेमुख गुरु भगत नाम से, कोई तरह काबू नहीं पाए। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਸਮਝਾ ਰਹੇ ਹੈ ਕਿ ਜਿਹੜੇ ਭਗਤੀ ਤੋਂ ਬੇਮੁਖ ਜੀਵ ਨੇ, ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਤੁਸੀਂ ਸਮਝਾਓ, ਉਹ ਨਹੀਂ ਸਮਝ ਸਕਦੇ। ਹਜ਼ਰਤ ਬਹੂ ਸਾਹਿਬ ਨੇ ਬਾਣੀ 'ਚ ਲਿਖਿਆ ਹੈ, ਪੱਥਰ ਜਿਨ੍ਹਾਂ ਦੇ ਚਿੱਤ ਬਹੁ, ਉੱਥੇ ਜਾਇਆ ਵਸਣਾ ਮੀਂਹ ਆਹੋ। ਜਿਨ੍ਹਾਂ ਦੇ ਚਿੱਤ ਪੱਥਰ ਨੇ, ਉੱਥੇ ਰਹਿਮਤ ਦਾ ਮੀਂਹ ਵੀ ਵਰਸੇਗਾ। ਤੁਸੀਂ ਜਿੰਨਾ ਮਰਜ਼ੀ ਉਹਦੇ ਨਾਲ ਪਿਆਰ ਕਰੋ, ਲੇਕਿਨ ਉਹਨੂੰ ਅਸਰ ਨਹੀਂ ਹੋਏਗਾ। ਸੀਨੇ ਨਰਮ ਨਹੀਂ ਹੁੰਦੇ ਕਾਫਰਾਂ ਦੇ, ਚਾਹੇ ਨਾਲ ਜ਼ਬਾਨ ਦੇ ਚੱਟੀਏ। ਜਿਹਦਾ ਚਿੱਤ ਪੱਥਰ ਹੈ, ਉਹਨੂੰ ਤੁਸੀਂ ਜਿੰਨਾ ਮਰਜ਼ੀ ਸਮਝਾਓ, ਜਿੰਨਾ ਮਰਜ਼ੀ ਪਿਆਰ ਕਰੋ, ਉਹ ਨਹੀਂ ਸਮਝ ਸਕਦਾ। ਕਿਉਂ? ਉਹ ਭਗਤੀ ਤੋਂ ਬੇਮੁਖ ਹੈ। ਜਿਹੜਾ ਭਗਤੀ ਤੋਂ ਬੇਮੁਖ ਉਹ ਸਮਝਣ ਦਾ ਕੋਈ ਮਤਲਬ ਨਹੀਂ ਉਸਦਾ। ਮੁਹੰਮਦ ਸਾਹਿਬ ਦਾ ਚਾਚਾ ਸੀ ਅਬੂ ਜੇਲ। ਮੁਹੰਮਦ ਸਾਹਿਬ ਨੂੰ ਸਾਰੀ ਦੁਨੀਆ ਨੇ ਮੰਨਿਆ, ਮੁਸਲਮਾਨਾਂ ਨੇ, ਲੇਕਿਨ ਚਾਚੇ ਨੇ ਨਹੀਂ ਮੰਨਿਆ। ਆਪਣੀ ਤਾਕਤ ਨਾਲ ਉਹਨਾਂ ਉੱਪਰਲੇ ਦੇਸ਼ਾਂ ਦੇ ਉਹਨੂੰ ਸੈਰ ਕਰਾਏ, ਤਾਂ ਫਿਰ ਕੀ ਕਿਹਾ ਕਿ ਤੂੰ ਜਾਦੂਗਰ ਹੈ। ਉਹਨੂੰ ਪੈਗੰਬਰ ਨਹੀਂ ਸਮਝਿਆ, ਇਹ ਕਿਹਾ ਤੂੰ ਜਾਦੂਗਰ ਹੈ, ਨਹੀਂ ਮੰਨਿਆ। ਇਸ ਵਾਸਤੇ ਸਵਾਮੀ ਜੀ ਮਹਾਰਾਜ ਫਰਮਾ ਰਹੇ ਹੈ, ਜਿਹੜੇ ਭਗਤੀ ਤੋਂ ਬੇਮੁਖ ਨੇ, ਉਹਨਾਂ ਨੂੰ ਜਿੰਨਾ ਮਰਜ਼ੀ ਤੁਸੀਂ ਸਮਝਾਵੋ, ਉਹ ਨਹੀਂ ਸਮਝ ਸਕਦੇ। ਉਹ ਮਨ ਦੇ ਕਾਬੂ ਆਏ, ਮਨ ਸਮਝਣ ਨਹੀਂ ਦਿੰਦਾ। ਕੋਈ ਨਾ ਕੋਈ ਕਾਰਨ ਮਨ ਅੱਗੇ ਰੱਖ ਦਿੰਦਾ ਹੈ, ਕੋਈ ਨਾ ਕੋਈ ਬਹਾਨਾ ਰੱਖ ਦਿੰਦਾ ਹੈ। ਹਾਂਜੀ। जो बेमुख गुरु भगत नाम से, कोई तरह काबू नहीं पाए। तो जुगती से दीन विधि से,
छोड़ चलो संग दोष न ताहे। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਮਝਾ ਰਹੇ ਹੈ। ਤੋ ਕਿਸੇ ਜੁਗਤੀ ਨਾਲ, ਪਿਆਰ ਦੇ ਨਾਲ, ਵਿਧੀ ਦੇ ਨਾਲ ਅਗਰ ਤੁਸੀਂ ਉਹਨਾਂ ਦਾ ਸੰਗ ਛੱਡ ਵੀ ਦਿਓ ਤਾਂ ਕੋਈ ਦੋਸ਼ ਨਹੀਂ ਹੈ, ਕੋਈ ਦੋਸ਼ ਨਹੀਂ ਹੈਗਾ। ਜੇ ਉਹਨਾਂ ਦਾ ਕਿਸੇ ਤਰੀਕੇ ਨਾਲ ਸੰਗ ਛੱਡੋ, ਜਲਦੀ ਨਹੀਂ, ਤਰੀਕੇ ਨਾਲ ਸੰਗ ਛੱਡ ਵੀ ਦਿਓਗੇ, ਕੋਈ ਤੁਹਾਨੂੰ ਪਾਪ ਨਹੀਂ ਲੱਗਦਾ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿਸੇ ਵਕਤ ਸੱਚ ਨੂੰ ਕਮਾਉਣ ਵਾਸਤੇ ਝੂਠ ਵੀ ਬੋਲਣਾ ਪੈਂਦਾ, ਲੇਕਿਨ ਝੂਠ ਦਾ ਮੁੱਲ ਕੋਈ ਨਹੀਂ। ਜਦੋਂ ਤੁਸੀਂ ਝੂਠ ਬੋਲ ਕੇ ਸੱਚ ਕਮਾ ਲੈਣਾ ਤਾਂ ਝੂਠ ਦਾ ਬਣਿਆ ਕੀ? ਝੂਠ ਦੀ ਕੋਈ ਕੀਮਤ ਨਹੀਂ ਹੈਗੀ। ਹਾਂ, ਝੂਠ ਬੋਲ ਕੇ ਝੂਠ ਨਹੀਂ ਕਮਾਇਆ ਜਾਏ ਫਿਰ ਪਾਪ ਹੈ। ਝੂਠ ਬੋਲ ਕੇ ਝੂਠ ਕਮਾਇਆ ਜਾਏ ਫਿਰ ਉਹਦਾ ਕਰਮ ਹੈ। ਅਗਰ ਝੂਠ ਬੋਲ ਕੇ ਸੱਚ ਕਮਾਇਆ ਜਾਏ ਤਾਂ ਫਿਰ ਕੁਛ ਨਹੀਂ ਫਰਕ ਪੈਂਦਾ। ਆਪਣੇ ਪੀਆ ਦੇ ਮਿਲਣੇ ਕਾਰਨ 100 ਮਕਰ ਬਣਾਈ ਦਾ। ਆਪਣੇ ਉਸ ਮਾਲਕ ਦੇ ਮਿਲਣ ਵਾਸਤੇ ਕਈ ਮਕਰ ਤੇ ਕਈ ਢੰਗ ਬਣਾਉਣੇ ਪੈਂਦੇ ਹੈ। ਇੱਕ ਫਕੀਰ ਨੇ ਬੜਾ ਸੋਹਣਾ ਫਰਮਾਇਆ, ਇਹ ਕੁੱਤੀ ਮਰੇ ਫਕੀਰ ਦੀ ਜਿਹੜੀ ਨਿੱਤ ਟੌਂ ਟੌਂ ਕਰੇ, 5-7 ਮਰਨ ਗੁਆਂਢਣਾ ਰਹਿੰਦੀਆਂ ਨੂੰ ਤਾਪ ਚੜੇ, ਮੈਂ ਜਾਏ ਮਿਲਾਂ ਆਪਣੇ ਪੀਰ ਨੂੰ, ਮੇਰੇ ਰਾਹ ਵਿੱਚ ਕੋਈ ਨਾ ਅੜੇ। ਕੁੱਤੀ ਕਿਹੜੀ ਹੈ? ਦੁਨੀਆ ਦੀ ਮਾਇਆ। ਇਹ ਟੌਂ ਟੌਂ ਕਰਦੀ ਹਰ ਵਕਤ। 5-7 ਕੌਣ ਨੇ? 5 ਸਾਡੇ ਅੰਦਰ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਔਰ ਮਾਇਆ। ਦੂਸਰੀਆਂ ਇਹਦੀਆਂ ਸ਼ਾਖਾਂ ਜਿਹੜੀਆਂ ਨੇ, 5-7 ਮਰਨ ਗੁਆਂਢਣਾ, ਰਹਿੰਦੀਆਂ ਨੂੰ ਤਾਪ ਚੜੇ। ਜਿਹੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਬੁਖਾਰ ਚੜ੍ਹ ਜਾਏ, ਕੋਈ ਮੰਜੇ ਦਾ ਨਾ ਉੱਠੇ, ਮੈਂ ਸਿੱਧਾ ਆਪਣੇ ਪੀਰ ਨੂੰ ਜਾ ਕੇ ਮਿਲਾਂਗਾ, ਮੈਨੂੰ ਕੋਈ ਰਾਜ ਕੋਈ ਦੇਖੇ ਹੀ ਨਾ, ਮੇਰੇ ਰਾਜ ਕੋਈ ਅੜੇ ਹੀ ਨਾ। ਹਾਂਜੀ। तो जुगती से दीन विधि से छोड़ चलो संग दोष न ताहे। जो सन्मुख गुरु भगत नाम से होए कदाचित मेल मिलाए। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਿਹੜੇ ਸਤਿਗੁਰ ਦੀ ਭਗਤੀ ਕਰਦੇ ਹੈ ਉਹਨਾਂ ਦਾ ਤੇ ਉਹਨਾਂ ਦਾ ਮੇਲ ਨਹੀਂ ਹੋ ਸਕਦਾ, ਕਦੀ ਵੀ ਮੇਲ ਨਹੀਂ ਹੋ ਸਕਦਾ। ਇੱਕ ਨੇਕ ਪਾਕ ਕੰਮ ਕਰ ਰਿਹਾ, ਭਗਤੀ ਕਰ ਰਿਹਾ, ਇੱਕ ਨਹੀਂ ਕਰ ਰਿਹਾ, ਉਹ ਕਿਸ ਤਰ੍ਹਾਂ ਉਹਨਾਂ ਦਾ ਮੇਲ ਹੋਏਗਾ? ਜਿਸ ਤਰ੍ਹਾਂ ਬਾਣੀ ਫਰਮਾਇਆ, ਲੋਕ ਅਣਜਾਣੇ ਮੱਤਾਂ ਦਿੰਦੇ, ਆਸ਼ਕਾਂ ਮੱਤ ਨਹੀਂ ਆਵੇ। ਲੋਕ ਜਿਹੜੇ ਬੱਚੇ ਦੀ ਤਰ੍ਹਾਂ ਆਸ਼ਕਾਂ ਨੂੰ ਮੱਤਾਂ ਦਿੰਦੇ ਹੈ, ਲੇਕਿਨ ਆਸ਼ਕਾਂ ਨੂੰ ਮੱਤ ਨਹੀਂ ਆਉਂਦੀ। ਉਹ ਲੋਕਾਂ ਦੀ ਮੱਤ ਲੈਣ ਕਿ ਆਪਣੇ ਸਤਿਗੁਰ ਦੀ ਮੱਤ ਲੈਣ, ਜਿਸ ਮੱਤ ਨਾਲ ਸਾਡੀ 84 ਖਤਮ ਹੋਣੀ।